ਅੱਜ ਗੱਲ ਕਰਾਂਗੇ ਉਸ ਮਹਾਨ ਯੋਧੇ ਦੀ ਜਿਹਦਾ ਨਾਮ ਸਿੱਖ ਇਤਿਹਾਸ ਦੇ ਚੋਟੀ ਦੇ ਸੂਰਮਿਆਂ 'ਚ ਗਿਣਿਆ ਜਾਂਦਾ ਹੈ। ਹਾਂਜੀ, ਬਿਲਕੁਲ ਠੀਕ ਪੜਿਆ ਤੁਸੀਂ ਥੰਬਨੇਲ ਵਿੱਚ। ਅੱਜ ਆਪਾਂ ਗੱਲ ਕਰਾਂਗੇ ਭਾਈ ਬਚਿੱਤਰ ਸਿੰਘ ਜੀ ਦੀ, ਜਿਨ੍ਹਾਂ ਦੇ ਹਾਥੀ ਦਾ ਮੱਥਾ ਪਾੜਨ ਦਾ ਇਤਿਹਾਸ ਤਾਂ ਆਪਾਂ ਸਭ ਨੇ ਸੁਣਿਆ ਹੈ। ਪਰ ਇਸ ਦੇ ਨਾਲ ਬਚਿੱਤਰ ਸਿੰਘ ਜੀ ਦੇ ਜੀਵਨ ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਹਨ ਜੋ ਸਾਡੀ ਕੌਮ ਦੀਆਂ ਅਣਗਹਿਲੀਆਂ ਕਰਕੇ ਇਤਿਹਾਸ ਤੋਂ ਮੁਨਫੀ ਹੋ ਚੁੱਕੀਆਂ ਹਨ। ਫੋਰ ਐਗਜ਼ਾਮਪਲ, ਉਸ ਦਿਨ ਦੀ ਪੂਰੀ ਜੰਗ ਦਾ ਜ਼ਿਕਰ, ਭਾਈ ਸਾਹਿਬ ਦਾ ਪਰਿਵਾਰ, ਉਹਨਾਂ ਵੱਲੋਂ ਲੜੀਆਂ ਗਈਆਂ ਹੋਰ ਜੰਗਾਂ ਦਾ ਜ਼ਿਕਰ, ਉਹਨਾਂ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ, ਤੇ ਇੱਕ ਮੁਸਲਿਮ ਬੀਬੀ ਦੀ ਕਹਾਣੀ ਜਿਨ੍ਹਾਂ ਪੂਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ ਤੇ ਆਪਣਾ ਸਾਰਾ ਜੀਵਨ ਬਚਿੱਤਰ ਸਿੰਘ ਜੀ ਦੀ ਯਾਦ ਵਿੱਚ ਸਮਰਪਿਤ ਕਰ ਦਿੱਤਾ। ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਇਹ ਇਤਿਹਾਸ ਸੁਣਿਆ ਹੋਊਗਾ। ਸੋ ਅੱਜ ਆਪਾਂ ਇਹ ਸਭ ਕੁਝ ਡਿਟੇਲ ਵਿੱਚ ਜਾਣਾਂਗੇ। ਨਾਲ ਹੀ ਜੋ ਲੋਕ ਹਾਥੀ ਦਾ ਮੱਥਾ ਪਾੜਨ ਦੇ ਇਤਿਹਾਸ ਤੇ ਸ਼ੰਕੇ ਕਰਦੇ ਹਨ, ਉਹਨਾਂ ਮੂਰਖਾਂ ਦਾ ਮੂੰਹ ਬੰਦ ਕਰਨ ਲਈ ਇਹ ਸਾਰੀ ਘਟਨਾ ਦਾ ਸਾਇੰਟੀਫਿਕ ਐਨਾਲਾਈਸਿਸ ਵੀ ਕਰਾਂਗੇ। ਸੋ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਚਲੋ ਸ਼ੁਰੂ ਕਰੀਏ। ਪਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਤਾਂ ਜੋ ਅਸੀਂ ਆਪਣੀ ਪਛਾਣ, ਆਪਣੇ ਵਿਰਸੇ ਨਾਲ ਪੀੜ੍ਹੀ ਦਰ ਪੀੜ੍ਹੀ ਜੁੜੇ ਰਹਿ ਸਕੀਏ। ਭਾਈ ਬਚਿੱਤਰ ਸਿੰਘ ਨਾਲ ਜੁੜੇ ਪਹਿਲੇ ਕਿੱਸੇ ਨੂੰ ਜਾਣਨ ਲਈ ਆਓ ਆਪਾਂ ਆਪਣੀ ਸੁਰਤ ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੈ ਚੱਲੀਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕਰ ਚੁੱਕੇ ਹਨ, ਪਰ ਇਹ ਕਿਲਾ ਇਸ ਤਰ੍ਹਾਂ ਨਹੀਂ ਛੱਡਿਆ ਗਿਆ ਵੀ ਸਾਰੇ ਇਕੱਠੇ ਭੀੜ ਦੇ ਵਾਂਗੂ ਤੁਰ ਪਏ। ਇਸ ਦੇ ਲਈ ਪਹਿਲਾਂ ਪ੍ਰੋਪਰ ਪਲਾਨਿੰਗ ਕੀਤੀ ਗਈ ਸੀ। ਅਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਦੁਸ਼ਮਣ ਨੇ ਘੇਰਿਆ ਹੋਇਆ ਸੀ। ਹੁਣ ਗੁਰੂ ਸਾਹਿਬ ਦੇ ਸਾਹਮਣੇ ਦੋ ਵੱਡੀਆਂ ਮੁਸ਼ਕਲਾਂ ਸਨ। ਇੱਕ ਤਾਂ ਵਹੀਰ, ਜਿਹਦੇ 'ਚ ਗੁਰੂ ਘਰ ਦੇ ਮਹਿਲ, ਔਰਤਾਂ ਤੇ ਬੱਚੇ ਹਨ, ਉਹਨਾਂ ਸਭ ਨੂੰ ਸੁਰੱਖਿਅਤ ਕੱਢ ਕੇ ਲਿਜਾਣਾ, ਤੇ ਦੂਸਰਾ ਸਰਸੇ ਦੇ ਪਰਲੇ ਪਾਸਿਓਂ ਰੋਪੜ ਤੋਂ ਆਉਣ ਵਾਲੀ ਸ਼ਾਹੀ ਫੌਜ ਨੂੰ ਰੋਕਣਾ। ਵਹੀਰ ਦੀ ਰੱਖਿਆ ਲਈ ਨਿਰਮੋਹਗੜ੍ਹ, ਸ਼ਾਹੀ ਟਿੱਬੀ, ਝੱਖੀਆਂ ਪਿੰਡ ਦੀ ਜੂਹ ਤੇ ਸਰਸਾ ਦੇ ਕੰਢੇ ਤੇ ਸਿੰਘਾਂ ਦੇ ਜੱਥੇ ਤੈਨਾਤ ਕੀਤੇ ਗਏ, ਤੇ ਸਰਸਾ ਦੇ ਪਰਲੇ ਪਾਸੇ ਰੋਪੜ ਤੋਂ ਆਉਣ ਵਾਲੀ ਸ਼ਾਹੀ ਫੌਜ ਨੂੰ ਰੋਕਣ ਲਈ ਭਾਈ ਬਚਿੱਤਰ ਸਿੰਘ ਨੂੰ 100 ਸਿੰਘਾਂ ਦੀ ਕਮਾਨ ਦੇ ਕੇ ਮਲਕਪੁਰ ਰੰਗੜਾ ਪਿੰਡ ਵਿੱਚ ਤੈਨਾਤ ਕੀਤਾ ਗਿਆ। ਗੁਰੂ ਸਾਹਿਬ ਤੇ ਸਾਹਿਬਜ਼ਾਦਿਆਂ ਨੇ ਜੰਗ ਸਰਸਾ ਦੇ ਉਰਲੇ ਪਾਸੇ ਲੜੀ ਤੇ ਭਾਈ ਬਚਿੱਤਰ ਸਿੰਘ ਨੇ ਸਰਸਾ ਦੇ ਪਰਲੇ ਪਾਸੇ ਆਪਣੇ ਤੋਂ ਲਗਭਗ 160 ਗੁਣਾ ਜ਼ਿਆਦੀ ਫੌਜ ਨਾਲ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਜੰਗ ਦੇ ਦੌਰਾਨ ਗੁਰੂ ਸਾਹਿਬ, ਦੋਵੇਂ ਵੱਡੇ ਸਾਹਿਬਜ਼ਾਦੇ ਤੇ ਕੁਝ ਹੋਰ ਸਿੰਘ ਸਰਸਾ ਪਾਰ ਕਰਕੇ ਕੋਟਲਾ ਨਿਹੰਗ ਖਾਂ ਦੀ ਹਵੇਲੀ ਪਹੁੰਚਦੇ ਹਨ, ਜਿੱਥੇ ਭਾਈ ਬੱਗਾ ਸਿੰਘ ਜੀ ਆ ਕੇ ਗੁਰੂ ਸਾਹਿਬ ਨੂੰ ਸੁਨੇਹਾ ਦਿੰਦੇ ਹਨ ਕਿ ਮਲਕਪੁਰ ਰੰਗੜਾ ਪਿੰਡ ਵਿੱਚ ਸ਼ਾਹੀ ਫੌਜ ਦਾ ਮੁਕਾਬਲਾ ਕਰਦਿਆਂ 100 ਦੇ 100 ਸਿੰਘ ਸ਼ਹੀਦ ਹੋ ਚੁੱਕੇ ਹਨ, ਪਰ ਉਹਨਾਂ ਦਾ ਜਰਨੈਲ ਭਾਈ ਬਚਿੱਤਰ ਸਿੰਘ ਹਜੇ ਵੀ ਬੁਰੀ ਤਰ੍ਹਾਂ ਜ਼ਖਮੀ ਜੰਗੇ ਮੈਦਾਨ ਵਿੱਚ ਪਿਆ ਤੜਪੀ ਜਾਂਦਾ ਹੈ। ਹੁਣ ਚਾਰੇ ਪਾਸੇ ਮੁਗਲ ਫੌਜਾਂ ਘੁੰਮ ਰਹੀਆਂ ਹਨ, ਜੰਗੇ ਮੈਦਾਨ ਤੇ ਉਹਨਾਂ ਦਾ ਕਬਜ਼ਾ ਹੈ, ਤੇ ਇਸੇ ਜੰਗੇ ਮੈਦਾਨ 'ਚੋਂ ਦੁਸ਼ਮਣ ਦੇ ਪੰਜੇ 'ਚੋਂ ਭਾਈ ਬਚਿੱਤਰ ਸਿੰਘ ਨੂੰ ਚੁੱਕ ਕੇ ਲਿਆਉਣਾ ਬਹੁਤ ਹੀ ਜ਼ਿਆਦਾ ਔਖਾ ਕੰਮ ਸੀ। ਪਰ ਇਸ ਕੰਮ ਲਈ ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦੀ ਡਿਊਟੀ ਲਾਉਂਦੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਜਾਂਦੇ ਹਨ ਤੇ ਬੜੀ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਭਾਈ ਬਚਿੱਤਰ ਸਿੰਘ ਨੂੰ ਲਿਆ ਕੇ ਕੋਟਲਾ ਨਿਹੰਗ ਖਾਂ ਦੀ ਹਵੇਲੀ ਵਿੱਚ ਲਿਟਾ ਦਿੰਦੇ ਹਨ। ਸ਼ਾਮ ਪੈਣ ਤੇ ਗੁਰੂ ਸਾਹਿਬ, ਦੋਵੇਂ ਵੱਡੇ ਸਾਹਿਬਜ਼ਾਦੇ ਤੇ ਬਾਕੀ ਸਾਰੇ ਸਿੰਘ ਬੜੂ ਮਾਜਰਾ, ਬੂਰ ਮਾਜਰਾ ਆਦਿ ਪਿੰਡਾਂ 'ਚੋਂ ਹੁੰਦੇ ਹੋਏ ਚਮਕੌਰ ਵੱਲ ਚਲੇ ਜਾਂਦੇ ਹਨ, ਤੇ ਭਾਈ ਬਚਿੱਤਰ ਸਿੰਘ ਹਜੇ ਵੀ ਜ਼ਖਮੀ ਹਾਲਤ 'ਚ ਹਵੇਲੀ 'ਚ ਹੀ ਪਏ ਹਨ। ਨਿਹੰਗ ਖਾਨ ਦੀ ਬੇਟੀ ਮੁਮਤਾਜ਼, ਪੁੱਤ ਆਲਮ ਖਾਨ ਤੇ ਨੂੰਹ ਸਾਹਿਰਾ ਬਚਿੱਤਰ ਸਿੰਘ ਦੀ ਸੇਵਾ ਕਰ ਰਹੇ ਹਨ। ਪਰ ਰੋਪੜ ਦੀ ਚੌਂਕੀ ਦੇ ਫੌਜਦਾਰ ਜਾਫਰ ਬੇਗ ਨੂੰ ਕਿਸੇ ਨੇ ਖਬਰ ਦੇ ਦਿੱਤੀ ਕਿ ਇਹਨਾਂ ਦੇ ਘਰੇ ਬਾਗੀ ਗੁਰੂ ਆਇਆ ਸੀ। ਉਹਨਾਂ ਹਵੇਲੀ ਨੂੰ ਘੇਰਾ ਪਾ ਲਿਆ। ਸਾਰੀ ਹਵੇਲੀ ਦੀ ਤਲਾਸ਼ੀ ਲਈ ਗਈ ਪਰ ਕੁਝ ਨਾ ਮਿਲਿਆ। ਅੰਤ 'ਚ ਜਾਫਰ ਬੇਗ ਦੀ ਨਜ਼ਰ ਇੱਕ ਬੰਦ ਦਰਵਾਜ਼ੇ ਤੇ ਪਈ। ਉਹਨੇ ਨਿਹੰਗ ਖਾਨ ਤੇ ਆਲਮ ਖਾਨ ਨੂੰ ਬੁਲਾ ਕੇ ਪੁੱਛਿਆ ਕਿ ਇਹ ਦਰਵਾਜ਼ਾ ਬੰਦ ਕਿਉਂ ਹੈ। ਨਿਹੰਗ ਖਾਨ ਨੇ ਕਿਹਾ ਕਿ ਅੰਦਰ ਮੇਰੀ ਬੇਟੀ ਤੇ ਜਵਾਈ ਹਨ, ਉਹ ਰਾਤ ਨੂੰ ਹਨੇਰੇ ਪਏ ਆਏ ਸਨ, ਥੱਕੇ ਹੋਏ ਹਨ ਤੇ ਆਰਾਮ ਕਰ ਰਹੇ ਹਨ। ਜੇ ਕਹਿੰਦੇ ਹੋ ਤਾਂ ਮੈਂ ਦਰਵਾਜ਼ਾ ਖੁਲਵਾ ਦਿੰਦਾ ਹਾਂ। ਇਸਲਾਮ ਦੀ ਇੱਕ ਪਰੰਪਰਾ ਹੈ ਕਿ ਗੈਰ ਮਰਦ ਕਦੇ ਵੀ ਜਨਾਨਖਾਨੇ ਵਿੱਚ ਨਹੀਂ ਜਾਂਦੇ। ਨਿਹੰਗ ਖਾਨ ਨੇ ਇੰਨੀ ਦ੍ਰਿੜਤਾ ਨਾਲ ਜਵਾਬ ਦਿੱਤਾ ਕਿ ਫੌਜਦਾਰ ਨੂੰ ਵਿਸ਼ਵਾਸ ਹੋ ਗਿਆ। ਉਸਨੇ ਕਿਹਾ ਕਿ ਨਹੀਂ, ਰਹਿਣ ਦਿਓ, ਜੇ ਤੁਹਾਡੀ ਧੀ ਤੇ ਜਵਾਈ ਹਨ ਕਿ ਸਮਝ ਲਓ ਮੇਰੇ ਹੀ ਧੀ ਤੇ ਜਵਾਈ ਹਨ। ਹੋ ਸਕਦਾ ਹੈ ਕਿ ਸਾਨੂੰ ਕਿਸੇ ਨੇ ਗਲਤ ਖਬਰ ਦਿੱਤੀ ਹੋਵੇ। ਉਸੇ ਸ਼ਾਮ ਬਚਿੱਤਰ ਸਿੰਘ ਚੜ੍ਹਾਈ ਕਰ ਜਾਂਦੇ ਹਨ। ਅੱਧੀ ਰਾਤ ਨੂੰ ਹਵੇਲੀ ਦੇ ਪਿਛਵਾੜੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਅੱਜ ਵੀ ਉੱਥੇ ਉਹ ਜਗ੍ਹਾ ਬਣੀ ਹੋਈ ਹੈ। ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਦੇਵਾਂ ਕਿ ਮਿਸਲਾਂ ਦੇ ਸਮੇਂ ਸਿਰਫ ਸਿੱਖ ਹੀ ਸਨ ਜਿਨ੍ਹਾਂ ਅਹਿਮਦ ਸ਼ਾਹ ਅਬਦਾਲੀ ਨੂੰ ਨੱਕੀ ਚਨੀ ਚੁਬਵਾਏ। ਸਿੱਖਾਂ ਦੇ ਇਲਾਵਾ ਇੱਦਾਂ ਦਾ ਹੋਰ ਕੋਈ ਨਹੀਂ ਸੀ ਜੋ ਅਬਦਾਲੀ ਨਾਲ ਪੰਗਾ ਲੈ ਸਕੇ। ਮਤਲਬ ਕਿ ਜਦੋਂ ਸਿੱਖਾਂ ਦੀ ਤਾਕਤ ਪੂਰੇ ਜੋਬਨ ਤੇ ਸੀ, ਜਦੋਂ ਉਹਨਾਂ ਦਿੱਲੀ ਦੇ ਲਾਲ ਕਿਲੇ ਨੂੰ ਵੀ ਫਤਿਹ ਕਰ ਲਿਆ, ਉਦੋਂ ਵੀ 4 ਇਹੋ ਜਿਹੀਆਂ ਥਾਵਾਂ ਸਨ ਜਿਨ੍ਹਾਂ ਤੇ ਸਿੱਖਾਂ ਨੇ ਕਦੀ ਵੀ ਕਬਜ਼ਾ ਨਹੀਂ ਕੀਤਾ। ਪਹਿਲੀ ਸੀ ਕੋਟਲਾ ਨਿਹੰਗ ਖਾਨ ਦੇ ਪਰਿਵਾਰ ਕੋਲ 8 ਪਿੰਡਾਂ ਦੀ ਜਗੀਰ ਸੀ, ਸਿੱਖਾਂ ਨੇ ਕਦੀ ਵੀ ਕਬਜ਼ਾ ਨਹੀਂ ਕੀਤਾ। ਰਾਏ ਕਲਾ ਦੇ ਪਠਾਨਾਂ ਕੋਲ ਜਗਰਾਵਾਂ ਤੋਂ ਲੈ ਕੇ ਲੁਧਿਆਣਾ ਤੱਕ 110 ਪਿੰਡਾਂ ਦੀ ਜਗੀਰ ਸੀ, ਸਿੱਖਾਂ ਨੇ ਨਹੀਂ ਛੇੜੀ। ਮਲੇਰਕੋਟਲੇ ਦੇ ਪਠਾਨਾਂ ਕੋਲ 12 ਪਿੰਡਾਂ ਦੀ ਤੇ ਕੁੰਜਪੁਰੀ ਦੇ ਪਠਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਸੀ, ਉਹਨਾਂ ਕੋਲ 13 ਪਿੰਡਾਂ ਦੀ ਜਗੀਰ ਸੀ, ਸਿੱਖਾਂ ਨੇ ਕਦੀ ਵੀ ਹਮਲਾ ਨਹੀਂ ਕੀਤਾ। ਯਾਨੀ ਕਿ ਜਿਹੜੇ ਪਠਾਨਾਂ ਨੇ ਕਦੀ ਵੀ ਕਿਸੇ ਸਮੇਂ ਸਿੱਖਾਂ ਦੀ ਥੋੜੀ ਜਿਹੀ ਵੀ ਮਦਦ ਕੀਤੀ ਸੀ, ਜਦੋਂ ਸਿੱਖਾਂ ਦੇ ਹੱਥ ਵਿੱਚ ਤਾਕਤ ਸੀ, ਉਹਨਾਂ ਕਿਸੇ ਨੂੰ ਤੰਗ ਨਹੀਂ ਕੀਤਾ, ਕਿਸੇ ਵੀ ਪਿੰਡ ਨੂੰ ਨਹੀਂ ਖੋਇਆ।
ਚਲੋ ਹੁਣ ਵਾਪਸ ਆਪਾਂ ਨਿਹੰਕਾਂ ਦੀ ਹਵੇਲੀ ਚੱਲੀਏ। ਮੁਮਤਾਜ਼ ਦੀ ਭੂਆ ਬੱਸੀ ਪਿੰਡ ਤੋਂ ਆਈ ਤੇ ਆਪਣੇ ਭਰਾ ਨੂੰ ਕਹਿਣ ਲੱਗੀ ਕਿ ਹੁਣ ਲੜਕੇ ਵਾਲੇ ਕਹਿ ਰਹੇ ਹਨ ਕਿ ਮੁਮਤਾਜ਼ ਦੇ ਵਿਆਹ ਦੀ ਤਾਰੀਖ ਤੈਅ ਕਰ ਲਈ ਜਾਵੇ। ਭੂਆ ਤਾਂ ਚਲੀ ਗਈ। ਮੁਮਤਾਜ਼ ਆਪਣੀ ਮਾਂ ਜੈਨਾ ਨੂੰ ਕਹਿੰਦੀ ਹੈ ਕਿ ਮਾਂ, ਇੱਕ ਵਿਧਵਾ ਦੀ ਸ਼ਾਦੀ ਨਹੀਂ ਹੋ ਸਕਦੀ। ਉਸ ਦੀ ਮਾਂ ਕਹਿੰਦੀ ਹੈ ਕਿ ਬੇਟੀ, ਇਹ ਤੂੰ ਕਿੱਦਾਂ ਦੀਆਂ ਗੱਲਾਂ ਕਰ ਰਹੀ ਹੈ, ਤੇਰਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ। ਤਦ ਮੁਮਤਾਜ਼ ਕਹਿੰਦੀ ਹੈ ਕਿ ਮਾਂ, ਯਾਦ ਕਰੋ ਜਿਸ ਦਿਨ ਬਚਿੱਤਰ ਸਿੰਘ ਮਰਗ ਬਿਸਤਰ ਤੇ ਪਿਆ ਅੰਤਿਮ ਸਾਹ ਲੈ ਰਿਹਾ ਸੀ ਤੇ ਜਾਫਰ ਬੇਗ ਨੇ ਘੇਰਾ ਪਾਇਆ ਸੀ, ਤਦ ਅੱਬਾ ਹਜ਼ੂਰ ਨੇ ਕਿਹਾ ਸੀ ਕਿ ਮੇਰੀ ਬੇਟੀ ਤੇ ਮੇਰਾ ਦਮਾਦ, ਤੇ ਮੈਂ ਬਚਿੱਤਰ ਸਿੰਘ ਦੇ ਚਰਨਾਂ 'ਚ ਸਿਰ ਰੱਖਤਾ ਸੀ। ਉਹ ਸ਼ਹੀਦ ਹੋ ਚੁੱਕੇ ਹਨ ਤੇ ਸ਼ਹੀਦ ਦੀ ਪਤਨੀ ਦੁਬਾਰਾ ਵਿਆਹ ਕਰਾ ਕੇ ਉਸ ਦੀ ਸ਼ਹਾਦਤ ਨੂੰ ਦਾਗ ਨਹੀਂ ਲਾ ਸਕਦੀ। ਬੀਬੀ ਮੁਮਤਾਜ਼ ਕੌਰ ਨੇ 131 ਸਾਲ ਦੀ ਸ਼ਾਨਦਾਰ ਉਮਰ ਭੋਗੀ ਪਰ ਵਿਆਹ ਨਹੀਂ ਕਰਵਾਇਆ। ਜਿੱਥੇ ਉਹਨਾਂ ਦੀ ਕਬਰ ਸੀ, ਅੱਜ ਉੱਥੇ ਮੁਮਤਾਜ਼ਗੜ੍ਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਬੀਬੀ ਮੁਮਤਾਜ਼ ਦੇ ਲੋਕੀ ਦਰਸ਼ਨ ਕਰਨ ਜਾਂਦੇ ਸਨ ਕਿ ਇਹਨਾਂ ਗੁਰੂ ਸਾਹਿਬ ਦੀ ਇੰਨੀ ਸੇਵਾ ਕੀਤੀ ਹੈ। ਤਦ ਬੀਬੀ ਮੁਮਤਾਜ਼ ਦੀ ਜ਼ੁਬਾਨ ਤੇ ਬਸ ਇੱਕੋ ਹੀ ਸ਼ਬਦ ਹੁੰਦੇ ਸਨ, ਵਾਹ ਵਾਹ ਗੁਰੂ ਗੋਬਿੰਦ ਸਿੰਘ, ਭਾਣੇ ਕਾ ਖਾਬੰਦ ਗੁਰੂ ਗੋਬਿੰਦ ਸਿੰਘ। ਧੰਨ ਸਨ ਉਹ ਗੁਰੂ ਕੇ ਪਿਆਰੇ ਸਿੱਖ, ਜਿਨ੍ਹਾਂ ਦੀ ਚਰਨ ਛੋਹ ਪਾ ਕੇ ਹੀ ਲੋਕਾਂ ਦਾ ਜੀਵਨ ਬਦਲ ਜਾਂਦਾ ਸੀ। ਆਓ ਹੁਣ ਭਾਈ ਬਚਿੱਤਰ ਸਿੰਘ ਨਾਲ ਜੁੜੇ ਅਗਲੇ ਕਿੱਸੇ ਨੂੰ ਸ਼ੁਰੂ ਕਰਦੇ ਹਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਨੋ ਦਿਨ ਵੱਧਦੇ ਰੁਤਬੇ ਤੋਂ ਸੜਦੇ 22 ਧਰ ਦੇ ਰਾਜਿਆਂ ਨੇ ਵਾਰ-ਵਾਰ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਤੇ ਹਮਲੇ ਕੀਤੇ। ਅਨੰਦਪੁਰ ਸਾਹਿਬ 'ਚ ਕੁੱਲ 5 ਕਿਲੇ ਸਨ। ਸਭ ਤੋਂ ਪਹਿਲਾਂ 29 ਅਗਸਤ 1700 ਨੂੰ ਤਾਰਾਗੜ੍ਹ ਕਿਲੇ ਤੇ ਕਹਿਲੂਰ ਦੇ ਰਾਜਾ ਅਜਮੇਰ ਚੰਦ ਦੀ ਅਗਵਾਈ ਵਿੱਚ ਹਮਲਾ ਕੀਤਾ ਗਿਆ। 30 ਅਗਸਤ ਨੂੰ ਫਤਿਹਗੜ੍ਹ ਕਿਲੇ ਤੇ 31 ਅਗਸਤ ਨੂੰ ਆਲਮਗੜ੍ਹ ਕਿਲੇ ਤੇ ਹਮਲਾ ਕੀਤਾ ਗਿਆ। ਪਰ ਗਿਣਤੀ ਵਿੱਚ ਕਈ ਗੁਣਾ ਵੱਧ ਹੋਣ ਤੋਂ ਬਾਅਦ ਵੀ ਪਹਾੜੀ ਰਾਜਿਆਂ ਨੂੰ ਹਰ ਵਾਰ ਮੂੰਹ ਦੀ ਹੀ ਖਾਣੀ ਪਈ। 31 ਅਗਸਤ ਦੀ ਰਾਤ ਅੱਗੇ ਦੀ ਰਣਨੀਤੀ ਬਣਾਉਣ ਲਈ ਇਹ ਸਾਰੇ 22 ਰਾਜੇ ਇਕੱਠੇ ਹੋਏ ਤੇ ਇਹਨਾਂ ਲੋਹਗੜ੍ਹ ਕਿਲੇ ਤੇ ਹਮਲਾ ਕਰਨ ਦਾ ਫੈਸਲਾ ਕੀਤਾ, ਕਿਉਂਕਿ ਉਹ ਕਿਲਾ ਬਾਕੀਆਂ ਤੋਂ ਕਾਫੀ ਹਟਵਾਂ ਸੀ। ਕੇਸਰੀ ਚੰਦ ਨੇ ਸਹੁੰ ਚੁੱਕੀ ਕਿ ਕੱਲ ਦੇ ਹਮਲੇ ਦੀ ਅਗਵਾਈ ਮੈਂ ਕਰੂੰਗਾ ਤੇ ਜਾਂ ਤਾਂ ਜਿੱਤ ਕੇ ਆਊਂਗਾ ਤੇ ਜਾਂ ਮਾਰਿਆ ਜਾਊਂਗਾ। ਪਰ ਲੋਹਗੜ੍ਹ ਦਾ ਕਿਲਾ ਉੱਚੀਆਂ ਤੇ ਮਜ਼ਬੂਤ ਕੰਧਾਂ ਨਾਲ ਘਿਰਿਆ ਹੋਇਆ ਸੀ ਤੇ ਉਸ ਨੂੰ ਫਤਿਹ ਕਰਨ ਦਾ ਸਿਰਫ ਇੱਕੋ ਤਰੀਕਾ ਸੀ ਕਿ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਕਿਲੇ ਦੇ ਅੰਦਰ ਐਂਟਰੀ ਪਾ ਲਈ ਜਾਵੇ। ਤਦ ਇੱਕ ਸ਼ੈਤਾਨੀ ਦਿਮਾਗ ਵਾਲੇ ਮੰਤਰੀ ਪਰਮਾਨੰਦ ਨੇ ਸੁਝਾਅ ਦਿੱਤਾ ਕਿ ਰਾਜਨ, ਮਾੜਾ ਜਿਹਾ ਧਿਆਨ ਕਰੋ, ਤੁਹਾਡੇ ਅਸਤਬਲ ਵਿੱਚ ਇੱਕ ਬਹੁਤ ਹੀ ਬਲਵਾਨ ਤੇ ਸ਼ਕਤੀਸ਼ਾਲੀ ਹਾਥੀ ਹੈ ਜਿਹੜਾ ਵੱਡੇ ਵੱਡੇ ਦਰਖਤਾਂ ਨੂੰ ਵੀ ਜੜੋਂ ਪੱਟ ਕੇ ਸੁੱਟ ਦਿੰਦਾ ਹੈ। ਇਹੋ ਜਿਹਾ ਹਾਥੀ ਤਾਂ ਦਿੱਲੀ ਤਖਤ ਤੇ ਬੈਠੇ ਔਰੰਗਜ਼ੇਬ ਦੇ ਕੋਲ ਵੀ ਨਹੀਂ ਹੈ। ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਉਹ ਹਾਥੀ ਮਸਤ ਹਾਲਤ ਵਿੱਚ ਹੈ। ਕਿਉਂ ਨਾ ਆਪਾਂ ਉਸ ਹਾਥੀ ਨੂੰ ਸ਼ਰਾਬ ਨਾਲ ਰਜਾ ਕੇ ਦਰਵਾਜ਼ਾ ਤੋੜਨ ਲਈ ਛੱਡ ਦਈਏ। ਲੋਹੇ 'ਚ ਮੜੇ ਉਸ ਹਾਥੀ ਦੇ ਦਰਵਾਜ਼ਾ ਤੋੜਨ ਤੋਂ ਬਾਅਦ ਅੰਦਰ ਵੜ ਕੇ ਕਿਲੇ ਤੇ ਕਬਜ਼ਾ ਕਰਨਾ ਤਾਂ ਕੋਈ ਬੱਚਿਆਂ ਦੀ ਖੇਡ ਬਰਾਬਰ ਹੀ ਰਹਿ ਜਾਊਗਾ। ਭਾਈ ਚਤਰ ਸਿੰਘ ਬਰਾੜ, ਜੋ ਕਿ ਸਿੱਖਾਂ ਲਈ ਸੂਈਏ ਦਾ ਕੰਮ ਕਰਦੇ ਸਨ, ਹੈਰਾਨ ਪਰੇਸ਼ਾਨ ਦਰਬਾਰ ਵਿੱਚ ਪਹੁੰਚਦੇ ਹਨ ਤੇ ਗੁਰੂ ਸਾਹਿਬ ਨੂੰ ਪੂਰੀ ਗੱਲ ਦੱਸਦੇ ਹਨ ਕਿ ਕਿਸ ਤਰ੍ਹਾਂ ਸ਼ਰਾਬੀ ਹਾਥੀ ਨੂੰ ਭੇਜ ਕੇ ਲੋਹਗੜ੍ਹ ਦਾ ਕਿਲਾ ਫਤਿਹ ਕਰਨ ਦਾ ਪਲਾਨ ਬਣਾਇਆ ਜਾ ਰਿਹਾ ਹੈ। ਸਾਰੇ ਸਿੰਘ ਚਿੰਤਾ ਕਰਨ ਲੱਗ ਪਏ, ਪਰ ਗੁਰੂ ਸਾਹਿਬ ਮੁਸਕਰਾਉਂਦੇ ਹੋਏ ਫਰਮਾਏ ਕਿ ਜੇ ਉਹਨਾਂ ਕੋਲ ਹਾਥੀ ਹੈ ਤਾਂ ਸਾਡੇ ਕੋਲ ਵੀ ਹਾਥੀ ਵਰਗੇ ਸਰੀਰ ਵਾਲਾ ਦੁਨੀ ਚੰਦ ਹੈ। ਕੱਲ ਹਾਥੀ ਦਾ ਮੁਕਾਬਲਾ ਹਾਥੀ ਨਾਲ ਹੀ ਕਰਵਾਇਆ ਜਾਊਗਾ। ਦੁਨੀ ਚੰਦ ਲੰਮੇ ਉੱਚੇ ਤੇ ਭਾਰੀ ਸਰੀਰ ਦਾ ਮਾਲਕ ਸੀ। ਉਸ ਦੀਆਂ ਮਜ਼ਬੂਤ ਬਾਹਾਂ ਤੇ ਚੌੜੇ ਪੱਟ ਸਨ, ਪਰ ਇਸ ਮਜ਼ਬੂਤ ਸਰੀਰ ਦੇ ਵਿੱਚ ਦਿਲ ਬਹੁਤ ਛੋਟਾ ਸੀ। ਗੁਰੂ ਸਾਹਿਬ ਦਾ ਹੁਕਮ ਸੁਣ ਕੇ ਉਸ ਦੇ ਸਾਹ ਹੀ ਸੁੱਕ ਗਏ। ਪੂਰੀ ਰਾਤ ਉਹ ਵੱਖ-ਵੱਖ ਸਿੰਘਾਂ ਕੋਲ ਜਾ ਕੇ ਗੁਰੂ ਸਾਹਿਬ ਨੂੰ ਸਮਝਾਉਣ ਦੀਆਂ ਮਿੰਨਤਾਂ ਕਰਦਾ ਰਿਹਾ, ਪਰ ਜਦੋਂ ਕਿਸੇ ਪਾਸੇ ਕੋਈ ਗੱਲ ਨਾ ਬਣੀ ਤਾਂ ਉਸਨੇ ਆਪਣੇ 4 ਸਾਥੀਆਂ ਦੇ ਨਾਲ ਉੱਥੋਂ ਭੱਜਣ ਦਾ ਫੈਸਲਾ ਕੀਤਾ। ਰਾਤ ਦਾ ਅੰਤਿਮ ਪਹਿਰ ਸੀ। ਰੱਸੀ ਦੇ ਸਹਾਰੇ ਕਿਲੇ ਦੀ ਕੰਧ ਟੱਪਦਿਆਂ ਦੁਨੀਚੰਦ ਦਾ ਸਰੀਰ ਭਾਰੀ ਹੋਣ ਕਰਕੇ ਰੱਸੀ ਟੁੱਟ ਗਈ ਤੇ ਉਹ ਕਾਫੀ ਉਚਾਈ ਤੋਂ ਥੱਲੇ ਡਿੱਗਿਆ, ਜਿਸ ਕਾਰਨ ਉਸਦੀ ਇੱਕ ਲੱਤ ਟੁੱਟ ਗਈ। ਪੀੜ ਨਾਲ ਤੜਪਦੇ ਦੁਨੀਚੰਦ ਨੂੰ ਉਸਦੇ ਸਾਥੀ ਚੁੱਕ ਕੇ ਜਿਵੇਂ ਤਿਵੇਂ ਅੰਮ੍ਰਿਤਸਰ ਲਾਗੇ ਉਸਦੇ ਘਰ ਲੈ ਗਏ। ਅਗਲੇ ਦਿਨ ਤੜਕੇ ਦੁਨੀਚੰਦ ਦੀ ਭਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਤਾਂ ਰਾਤ ਹੀ ਕਿਲਾ ਛੱਡ ਕੇ ਭੱਜ ਗਿਆ। ਸਤਿਗੁਰ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੜੀ ਮੌਤ ਤੋਂ ਡਰਦਾ ਉਹ ਘਰੇ ਭੱਜਿਆ ਹੈ, ਉਹੀ ਮੌਤ ਘਰੇ ਬੈਠੀ ਉਸ ਦਾ ਇੰਤਜ਼ਾਰ ਕਰ ਰਹੀ ਹੈ। ਤੇ ਫਿਰ ਠੀਕ ਉਵੇਂ ਹੀ ਹੋਇਆ। ਅਗਲੇ ਹੀ ਦਿਨ ਘਰੇ ਸੱਪ ਲੜਨ ਕਰਕੇ ਉਸ ਦੀ ਮੌਤ ਹੋ ਗਈ। ਤਦ ਗੁਰੂ ਸਾਹਿਬ ਹਾਥੀ ਨਾਲ ਮੁਕਾਬਲਾ ਕਰਨ ਲਈ ਸੰਗਤ 'ਚੋਂ ਇੱਕ ਦਰਮਿਆਨੀ ਕੱਦ-ਕਾਠੀ ਵਾਲੇ ਸਿੰਘ ਭਾਈ ਬਚਿੱਤਰ ਸਿੰਘ ਜੀ ਨੂੰ ਚੁਣਦੇ ਹਨ। ਭਾਈ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਸਨ। ਭਾਈ ਮਨੀ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੇ ਗੁਰੂ ਘਰ ਦੀ ਜੋ ਸੇਵਾ ਕੀਤੀ ਹੈ ਉਸ ਨੂੰ ਰਹਿੰਦੀ ਦੁਨੀਆ ਤੱਕ ਨਹੀਂ ਭੁਲਾਇਆ ਜਾ ਸਕਦਾ। ਇਸ ਇਕੱਲੇ ਪਰਿਵਾਰ 'ਚੋਂ ਕੁੱਲ 50 ਤੋਂ ਵੱਧ ਸਿੰਘ ਗੁਰੂ ਘਰ ਲਈ ਸ਼ਹੀਦ ਹੋਏ ਹਨ। ਭਾਈ ਮਨੀ ਸਿੰਘ ਜੀ ਹੁਣੀ 12 ਭਰਾ ਸਨ। 12 ਚੋਂ 11 ਨੇ ਗੁਰੂ ਘਰ ਲਈ ਸ਼ਹੀਦੀਆਂ ਪਾਈਆਂ। ਭਾਈ ਮਨੀ ਸਿੰਘ ਜੀ ਦੇ 10 ਪੁੱਤਰ ਸਨ। 10 ਚੋਂ 8 ਗੁਰੂ ਘਰ ਲਈ ਸ਼ਹੀਦ ਹੋਏ। ਇਹਨਾਂ ਚੋਂ ਹੀ ਇੱਕ ਸੀ ਭਾਈ ਬਚਿੱਤਰ ਸਿੰਘ ਜੀ। ਗਰੀਬ ਨਵਾਜ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ ਕਿ ਬਚਿੱਤਰ ਸਿੰਘ ਜੀ, ਅੱਜ ਤੁਸੀਂ ਜੰਗੇ ਮੈਦਾਨ ਵਿੱਚ ਹਾਥੀ ਦਾ ਮੁਕਾਬਲਾ ਕਰਨਾ ਹੈ। ਤਾਂ ਅੱਗਿਓਂ ਬਚਿੱਤਰ ਸਿੰਘ ਜੀ ਨੇ ਜੋ ਜਵਾਬ ਦਿੱਤਾ ਉਹ ਉਹਨਾਂ ਦੇ ਗੁਰੂ ਪ੍ਰਤੀ ਅਪਾਰ ਸ਼ਰਧਾ ਨੂੰ ਦਰਸਾਉਂਦਾ ਹੈ।
ਉਹਨਾਂ ਕਿਹਾ ਕਿ ਹੇ ਮੇਰੇ ਕਲਗੀਧਰ ਪਾਤਸ਼ਾਹ, ਜੇ ਤੁਹਾਡਾ ਹੱਥ ਮੇਰੇ ਸਿਰ ਤੇ ਹੈ ਤਾਂ ਇਹ ਹੱਥੀ ਤਾਂ ਕੀ, ਮੈਂ ਤਾਂ ਸਵਰਗ ਦੇ ਇਰਾਵਤ ਹਾਥੀ ਦਾ ਵੀ ਮੱਥਾ ਪਾੜ ਸਕਦਾ ਹਾਂ। ਇਹ ਹੁੰਦਾ ਹੈ ਗੁਰੂ ਪ੍ਰਤੀ ਵਿਸ਼ਵਾਸ, ਜੋ ਬੇਮੁਖ ਹੋ ਚੁੱਕੇ ਦੁਨੀ ਚੰਦ ਵਿੱਚ ਨਹੀਂ ਸੀ। ਤਦ ਗੁਰੂ ਜੀ ਬਚਿੱਤਰ ਸਿੰਘ ਨੂੰ ਆਪਣੇ ਸ਼ਸਤਰਾਂ 'ਚੋਂ ਇੱਕ ਨਾਗਨੀ ਬਰਛਾ ਬਖਸ਼ਿਸ਼ ਕਰਦੇ ਹਨ। ਹੁਣ ਇਹ ਨਾਗਨੀ ਬਰਛਾ ਕੀ ਸੀ? ਇਹ ਕੋਈ ਸਧਾਰਨ ਹਥਿਆਰ ਨਹੀਂ ਸੀ। 2.5 ਮਣ ਲੋਹੇ 'ਚੋਂ ਪਾਣ ਦੇ ਕੇ ਇਸ ਨੂੰ ਤਿਆਰ ਕੀਤਾ ਗਿਆ ਸੀ। ਇਸ ਨੂੰ ਫਲੈਕਸੀਬਿਲਿਟੀ ਦੇਣ ਲਈ ਇਸ ਦੇ ਖੋਲ ਵਿੱਚ ਚੂਨਾ ਭਰ ਕੇ ਉੱਤੇ ਜਾਨਵਰ ਦੀ ਖੱਲ ਮੜੀ ਗਈ ਸੀ। ਤੇ ਉਹਨਾਂ ਸਮਿਆਂ 'ਚ ਅੱਜ ਤੋਂ 300 ਸਾਲ ਪਹਿਲਾਂ 17,000 ਰੁਪਏ ਇੱਕ ਨਾਗਨੀ ਬਰਛੇ ਨੂੰ ਬਣਾਉਣ ਦੀ ਕੀਮਤ ਸਾਡੇ ਇਤਿਹਾਸਿਕ ਸਰੋਤਾਂ 'ਚ ਦਰਜ ਹੈ, ਲਗਭਗ ਇੱਕ ਮਿਸਾਈਲ ਜਿੰਨਾ ਖਰਚ। ਤਦ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਭਾਈ ਬਚਿੱਤਰ ਸਿੰਘ ਜੀ ਲੋਹਗੜ੍ਹ ਦੇ ਕਿਲੇ ਵੱਲ ਨੂੰ ਤੁਰ ਪੈਂਦੇ ਹਨ। ਇਹ ਤਾਂ ਸੀ ਹਾਥੀ ਨਾਲ ਨਿਪਟਣ ਦੀ ਗੱਲ, ਪਰ ਜਿਹਨੇ ਹਾਥੀ ਭੇਜਿਆ ਸੀ ਉਸ ਨੂੰ ਵੀ ਤਾਂ ਆਪਣੀ ਕਰਨੀ ਦਾ ਫਲ ਦੇਣਾ ਜ਼ਰੂਰੀ ਸੀ। ਸੋ ਇਸ ਦੇ ਲਈ ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਭਰਾ ਉਦੇ ਸਿੰਘ ਜੀ ਨੂੰ ਚੁਣਦੇ ਹਨ ਤੇ ਜਿਹੜੇ ਕਲਪਾ ਬਰਛੇ ਨਾਲ ਗੁਰੂ ਸਾਹਿਬ ਨੇ ਤ੍ਰਿਵੇਣੀ ਪ੍ਰਗਟ ਕੀਤੀ ਸੀ, ਉਹੀ ਕਲਪਾ ਬਰਛਾ ਗੁਰੂ ਗੋਬਿੰਦ ਸਿੰਘ ਜੀ ਭਾਈ ਉਦੇ ਸਿੰਘ ਨੂੰ ਦੇ ਕੇ ਕੇਸਰੀ ਚੰਦ ਦਾ ਸੌਦਾ ਲਾਉਣ ਲਈ ਭੇਜਦੇ ਹਨ। ਆਓ ਹੁਣ ਆਪਾਂ ਆਪਣੀ ਸੁਰਤ ਨੂੰ ਲੋਹਗੜ੍ਹ ਦੇ ਕਿਲੇ ਵੱਲ ਲੈ ਚੱਲੀਏ। ਸਵੇਰ ਦੇ 10 ਵਜੇ ਦਾ ਸਮਾਂ ਹੈ। ਅਸਮਾਨ 'ਚ ਬੱਦਲਾਂ 'ਚੋਂ ਸੂਰਜ ਲੁੱਕਾ ਛਿਪੀ ਦੀ ਖੇਡ ਰਿਹਾ ਹੈ। ਸਿੰਘ ਕਿਲੇ ਦੀ ਸਭ ਤੋਂ ਉੱਚੀ ਦੀਵਾਰ ਤੇ ਤੀਰ ਕਮਾਨ ਤੇ ਬੰਦੂਕਾਂ ਨਾਲ ਮੋਰਚਾ ਲਾਈ ਖੜੇ ਹਨ। ਸਿੰਘਾਂ ਦੀਆਂ ਤੋਪਾਂ ਅੱਗ ਉਗਲਣ ਲਈ ਤਿਆਰ ਹਨ ਤੇ ਸਭ ਤੋਂ ਉੱਚੀ ਮੀਨਾਰ ਤੇ ਨਿਗਾਹ ਰੱਖ ਰਹੇ ਸਿੰਘ ਨੂੰ ਦੂਰੋਂ ਪਹਾੜੀ ਫੌਜਾਂ ਆਉਂਦੀਆਂ ਦਿਖਾਈ ਦਿੰਦੀਆਂ ਹਨ। ਪਹਿਲੀ ਲਾਈਨ ਵਿੱਚ ਸਨ ਤੇਜ਼ ਤਰਾਰ ਘੋੜਸਵਾਰ ਸਿਪਾਹੀ, ਜਿਨ੍ਹਾਂ ਦੇ ਫੁਰਤੀਲੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਨਾਲ ਸਾਰਾ ਪਹਾੜੀ ਖੇਤਰ ਗੂੰਜ ਰਿਹਾ ਸੀ ਤੇ ਉਹਨਾਂ ਦੇ ਪਿੱਛੇ ਸੀ ਲਾਲ ਵਰਦੀਧਾਰੀ ਪਹਾੜੀ ਫੌਜ, ਜਿਨ੍ਹਾਂ ਦੀ ਗਿਣਤੀ ਸਿੱਖਾਂ ਦੀ ਫੌਜ ਨਾਲੋਂ ਕਈ ਗੁਣਾ ਵੱਧ ਸੀ। ਤੇ ਸਭ ਤੋਂ ਪਿੱਛੇ ਘੋੜਿਆਂ ਤੇ ਸਵਾਰ ਕੇਸਰੀ ਚੰਦ ਤੇ ਅਜਮੇਰ ਚੰਦ ਆਪਣੇ 10 ਮੁੱਖ ਜਰਨੈਲਾਂ ਨਾਲ ਇਸ ਸਾਰੀ ਫੌਜ ਦੀ ਅਗਵਾਈ ਕਰ ਰਹੇ ਸਨ। ਤੇ ਇਹਨਾਂ ਸਭ ਤੋਂ ਅੱਗੇ ਤੁਰ ਕੇ ਆ ਰਿਹਾ ਸੀ ਇੱਕ ਦੈਤ ਆਕਾਰ ਦਾ ਮਸਤ ਹਾਥੀ, ਜਿਸ ਦਾ ਪੂਰਾ ਸਰੀਰ ਉੱਤੋਂ ਲੈ ਕੇ ਥੱਲੇ ਤੱਕ ਲੋਹੇ 'ਚ ਮੜਿਆ ਸੀ। ਉਸ ਦਾ ਪੂਰਾ ਮੱਥਾ ਲੋਹੇ ਦੀਆਂ ਢਾਲਾਂ ਨਾਲ ਸੱਜਿਆ ਹੋਇਆ ਸੀ ਤੇ ਉਸ ਦੀ ਸੁੰਡ ਨਾਲ ਇੱਕ ਲੰਬੀ 2-ਧਾਰੀ ਤਲਵਾਰ ਵੱਜੀ ਸੀ। ਸ਼ਰਾਬ 'ਚ ਰੱਜੇ ਹਾਥੀ ਦੇ ਝੰਗਾੜਨ ਦੀਆਂ ਅਸਮਾਨ ਪਾੜਨ ਵਾਲੀਆਂ ਆਵਾਜ਼ਾਂ ਕਾਫੀ ਦੂਰੀ ਤੋਂ ਹੀ ਕਿਲੇ ਦੇ ਅੰਦਰ ਸੁਣੀਆਂ ਜਾ ਸਕਦੀਆਂ ਸਨ। ਹੁਣ ਉਹ ਸਮਾਂ ਆ ਗਿਆ ਸੀ ਜਿਸ ਦਾ ਬਚਿੱਤਰ ਸਿੰਘ ਇੰਤਜ਼ਾਰ ਕਰ ਰਹੇ ਸਨ। ਉਹਨਾਂ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਤੇ ਕਿਲੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਏ। ਬਾਹਰ ਆ ਕੇ ਕੁਝ ਚਿਰ ਉਹਨਾਂ ਨੇ ਫੌਜ ਦੇ ਨੇੜੇ ਆਉਣ ਦਾ ਇੰਤਜ਼ਾਰ ਕੀਤਾ ਤੇ ਫਿਰ ਘੋੜੇ ਨੂੰ ਤੇਜ਼ੀ ਨਾਲ ਹਾਥੀ ਵੱਲ ਵਧਾ ਦਿੱਤਾ। ਹਾਥੀ ਸ਼ਰਾਬ ਦੇ ਨਸ਼ੇ 'ਚ ਤੇਜ਼ੀ ਨਾਲ ਭੱਜ ਰਿਹਾ ਸੀ। ਉਧਰੋਂ ਬਚਿੱਤਰ ਸਿੰਘ ਜੀ ਵੀ ਪੂਰੀ ਤੇਜ਼ੀ ਤੇ ਸਨ। ਹਾਥੀ ਦੇ ਬਿਲਕੁਲ ਨੇੜੇ ਪਹੁੰਚ ਕੇ ਉਹਨਾਂ ਨੇ ਘੋੜੇ ਨੂੰ ਆਪਣੇ ਅਗਲੇ ਦੋਨਾਂ ਪੈਰਾਂ ਤੇ ਚੱਕਿਆ ਤੇ ਪੂਰੀ ਜ਼ੋਰ ਨਾਲ ਨਾਗਣੀ ਦਾ ਵਾਰ ਹਾਥੀ ਦੇ ਮੱਥੇ ਤੇ ਕਰਤਾ। ਨਾਗਣੀ ਤਵੇ ਪਾੜਦੀ ਹੋਈ ਸਿੱਧੀ ਹਾਥੀ ਦੇ ਮੱਥੇ ਵਿੱਚ ਧਸ ਗਈ ਤੇ ਜਿੰਨੀ ਫੁਰਤੀ ਨਾਲ ਸਿੰਘ ਨੇ ਨਾਗਣੀ ਮਾਰੀ ਸੀ, ਉਸੇ ਫੁਰਤੀ ਨਾਲ ਉਸ ਨੂੰ ਬਾਹਰ ਕੱਢਿਆ ਤੇ ਛੇਤੀ ਦਿਨੀ ਹਾਥੀ ਤੋਂ ਦੂਰ ਹੋ ਗਏ। ਹਾਥੀ ਦੇ ਮੱਥੇ 'ਚੋਂ ਲਹੂ ਦੀ ਇੱਕ ਤੇਜ਼ ਧਾਰ ਵਗਣ ਲੱਗ ਪਈ। ਪੀੜ ਨਾਲ ਤੜਪਦਾ ਹਾਥੀ ਪਿੱਛੇ ਨੂੰ ਮੁੜ ਕੇ ਅੰਨ੍ਹੇਵਾਹ ਜੰਗੇ ਮੈਦਾਨ ਵਿੱਚ ਇੱਧਰ ਉੱਧਰ ਭੱਜਣ ਲੱਗ ਪਿਆ। ਕੀ ਘੋੜਸਵਾਰ ਤੇ ਕੀ ਪੈਦਲ ਸਿਪਾਹੀ, ਜੋ ਵੀ ਉਸ ਦੇ ਅੱਗੇ ਆਉਂਦਾ ਜਾਂ ਤਾਂ ਉਸ ਨੂੰ ਆਪਣੀ ਸੁੰਡ ਤੇ ਵੱਜੀ ਤਲਵਾਰ ਨਾਲ ਪਾੜ ਸੁੱਟਦਾ ਤੇ ਜਾਂ ਆਪਣੇ ਪੈਰਾਂ ਥੱਲੇ ਰੋਣ ਦਿੰਦਾ। ਪਹਾੜੀ ਫੌਜ ਵਿੱਚ ਚਾਰੇ ਪਾਸੇ ਅਫਰਾ ਤਫਰੀ ਮਚ ਗਈ। ਕੇਸਰੀ ਚੰਦ ਤੇ ਉਸ ਦੇ ਜਰਨੈਲਾਂ ਨੇ ਫੌਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਾਨ ਬਚਾਉਂਦੀ ਇਸ ਫੌਜ ਨੂੰ ਕਿੱਥੇ ਕੰਟਰੋਲ ਕੀਤਾ ਜਾ ਸਕਦਾ ਸੀ। ਕੁਝ ਘੋੜਸਵਾਰ ਨੇਜੇ ਮਾਰ ਕੇ ਹਾਥੀ ਨੂੰ ਮੁੜ ਕਿਲੇ ਵੱਲ ਭੇਜਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਕੜੀ ਮਸ਼ੱਕਤ ਕਰਨ ਦੇ ਬਾਅਦ ਵੀ ਉਹਨਾਂ ਦੀ ਗੱਲ ਨਾ ਬਣੀ। ਪਹਾੜੀ ਫੌਜਾਂ ਦੇ ਪੈਰ ਜੜੋਂ ਪੁੱਟਣ ਲਈ ਉਧਰੋਂ ਕਿਲੇ 'ਚੋਂ ਸਿੰਘਾਂ ਨੇ ਤੋਪਾਂ ਦੇ ਮੂੰਹ ਖੋਲ ਦਿੱਤੇ, ਤੀਰਾਂ ਤੇ ਗੋਲੀਆਂ ਦੀ ਵਰਖਾ ਚਾਲੂ ਕਰ ਦਿੱਤੀ, ਜਿਸ ਨਾਲ ਪਹਾੜੀ ਫੌਜ ਦੀ ਹਾਲਤ ਹੋਰ ਜ਼ਿਆਦਾ ਮਾੜੀ ਹੋ ਗਈ। ਪਹਾੜੀ ਫੌਜ ਤਾਸ਼ ਦੇ ਪੱਤੇ ਤਰ੍ਹਾਂ ਡਿੱਗਣ ਲੱਗ ਪਈ। ਬਚਿੱਤਰ ਸਿੰਘ ਨੇ ਫੌਜ ਦੇ ਨੇੜੇ ਆਉਣ ਦਾ ਜੋ ਇੰਤਜ਼ਾਰ ਕੀਤਾ ਸੀ, ਉਸ ਦਾ ਰਿਜ਼ਲਟ ਹੁਣ ਦਿਖ ਰਿਹਾ ਸੀ। ਭਾਈ ਬਚਿੱਤਰ ਸਿੰਘ ਨੇ ਤਾਂ ਆਪਣਾ ਕੰਮ ਕਰਤਾ ਸੀ ਤੇ ਹੁਣ ਵਾਰੀ ਸੀ ਵੱਡੇ ਭਰਾ ਭਾਈ ਉਦੇ ਸਿੰਘ ਦੀ। ਕਿਲੇ ਦਾ ਦਰਵਾਜ਼ਾ ਇੱਕ ਵਾਰ ਫੇਰ ਖੁੱਲਦਾ ਹੈ ਤੇ ਘੋੜੇ ਤੇ ਸਵਾਰ ਭਾਈ ਉਦੇ ਸਿੰਘ ਜੀ 5-7 ਸਿੰਘਾਂ ਦੇ ਜੱਥੇ ਨਾਲ ਬਾਹਰ ਆ ਕੇ ਤੇਜ਼ੀ ਨਾਲ ਦੁਸ਼ਮਣ ਵੱਲ ਵੱਧ ਜਾਂਦੇ ਹਨ। ਸਾਹਮਣੇ ਆਉਂਦੇ ਹਰ ਸਿਪਾਹੀ ਦਾ ਗਾਟਾ ਲਾਉਂਦਿਆਂ ਇਹ ਜੱਥਾ ਸਿੱਧਾ ਕੇਸਰੀ ਚੰਦ ਵੱਲ ਵੱਧਦਾ ਹੈ। ਉੱਥੇ ਪਹੁੰਚ ਕੇ ਨਾਲ ਦੇ ਸਿੰਘਾਂ ਦਾ ਮੁਕਾਬਲਾ ਕੇਸਰੀ ਚੰਦ ਦੀ ਰੱਖਿਆ ਲਈ ਅੱਗੇ ਆਏ ਜਰਨੈਲਾਂ ਨਾਲ ਹੁੰਦਾ ਹੈ ਤੇ ਭਾਈ ਉਦੇ ਸਿੰਘ ਜੀ ਸਿੱਧਾ ਜਾ ਕੇ ਕੇਸਰੀ ਚੰਦ ਨਾਲ ਖੰਡਾ ਖੜਕਾ ਦਿੰਦੇ ਹਨ। ਪਹਿਲਾ ਵਾਰ ਕੇਸਰੀ ਚੰਦ ਕਰਦਾ ਹੈ, ਜਿਸ ਨੂੰ ਰੋਕ ਸਿੰਘ ਆਪਣੇ ਖੰਡੇ ਦਾ ਇੱਕੋ ਵਾਰ ਕਰਦੇ ਹਨ ਤੇ ਕੇਸਰੀ ਚੰਦ ਦਾ ਸਿਰ ਧੜ ਤੋਂ ਵੱਖ ਹੋ ਕੇ ਦੂਰ ਜਾ ਡਿੱਗਦਾ ਹੈ ਤੇ ਭਾਈ ਉਦੇ ਸਿੰਘ ਜੀ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਸਿਰ ਬਰਛੇ ਤੇ ਟੰਗ ਕੇ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੰਦੇ ਹਨ। ਰਾਜਾ ਅਜਮੇਰ ਚੰਦ ਵੀ ਇੱਕ ਤੀਰ ਵੱਜਣ ਕਰਕੇ ਲਹੂ ਲਵਾਨ ਹੋ ਕੇ ਵਾਪਸ ਮੁੜ ਜਾਂਦਾ ਹੈ। ਇੱਕ ਪਾਸੇ ਸ਼ੇਰਾਂ ਵਰਗੇ ਦਲੇਰ ਸਿੰਘਾਂ ਦੇ ਤੀਰਾਂ ਤੇ ਤੋਪਾਂ ਦੀ ਮਾਰ, ਦੂਸਰੇ ਪਾਸੇ ਪਹਾੜੀਆਂ ਕੋਲ ਹੁਣ ਕੋਈ ਲੀਡਰ ਹੀ ਨਹੀਂ ਬਚਿਆ ਸੀ।
ਇਸ ਲਈ ਫਿਰ ਪਹਾੜੀ ਫੌਜ ਦੇ ਸਿਪਾਹੀ ਡਰ ਕੇ ਪਿੱਛੇ ਹਟਣ ਲੱਗ ਪਏ ਤੇ ਸਿੰਘਾਂ ਨੇ ਮੈਦਾਨ ਫਤਿਹ ਕਰਕੇ ਜਕਾਰੇ ਛੱਡ ਦਿੱਤੇ। ਭਾਈ ਉਦੇ ਸਿੰਘ ਜੀ ਤੇ ਬਚਿੱਤਰ ਸਿੰਘ ਜੀ ਨੇ ਦਰਬਾਰ ਵਿੱਚ ਹਾਜ਼ਰ ਹੋ ਕੇ ਸਿਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਦਿੱਤਾ। ਪਹਾੜੀ ਵਾਦੀਆਂ ਵਿੱਚ ਚਾਰੇ ਪਾਸੇ ਸਿੰਘਾਂ ਦੇ ਜਕਾਰੇ ਗੂੰਜ ਰਹੇ ਸਨ। ਸੋ ਇਹ ਸੀ ਕਹਾਣੀ ਭਾਈ ਬਚਿੱਤਰ ਸਿੰਘ ਤੇ ਉਦੇ ਸਿੰਘ ਦੀ ਬਹਾਦਰੀ ਭਰੇ ਕਾਰਨਾਮੇ ਦੀ। ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਜਿਹੜੇ ਇਤਿਹਾਸ ਤੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ, ਉਹਦੇ ਤੇ ਹੀ ਅੱਜ ਅਸੀਂ ਸ਼ੰਕੇ ਕਰ ਰਹੇ ਹਾਂ। ਤੇ ਇਹ ਮੂਰਖਤਾ ਭਰੇ ਸਵਾਲ ਕੋਈ ਬਾਹਰਲਾ ਕਰੇ ਤਾਂ ਵੀ ਕੋਈ ਗੱਲ ਨਹੀਂ, ਸਾਡੇ ਆਪਣੇ ਪੜ੍ਹੇ ਲਿਖੀ ਸਿੱਖ ਸੰਗਤ ਇਸ ਗੱਲ ਨੂੰ ਵਧਾਵਾ ਦੇ ਰਹੀ ਹੈ। ਈਵਨ ਇਸ ਟੌਪਿਕ ਤੇ ਬੁੱਕਸ ਵੀ ਲਿਖੀਆਂ ਜਾ ਚੁੱਕੀਆਂ ਹਨ ਕਿ ਮੱਥੇ ਤੇ ਵੱਜੇ ਤਵਿਆਂ ਨੂੰ ਭੇਦ ਕੇ ਨਾਗਣੀ ਹਾਥੀ ਦੀ ਖੋਪੜੀ ਵਿੱਚ ਨਹੀਂ ਵੱਜ ਸਕਦੀ। ਬਾਬਾ ਬਚਿੱਤਰ ਸਿੰਘ ਨੇ ਤਾਂ ਹਾਥੀ ਦੀ ਅੱਖ ਵਿੱਚ ਨਾਗਣੀ ਮਾਰੀ ਸੀ। ਸੋ ਉਹਨਾਂ ਮੂਰਖਾਂ ਦਾ ਵਹਿਮ ਕੱਢਣ ਲਈ ਆਓ ਇਸ ਸਾਰੇ ਵਾਕਿਏ ਦਾ ਸਾਇੰਟੀਫਿਕ ਐਨਾਲਾਈਸਿਸ ਕਰਕੇ ਦੇਖਦੇ ਹਾਂ ਕਿ ਸੱਚਮੁੱਚ ਨਾਗਣੀ ਤਵਿਆਂ ਨੂੰ ਭੇਦ ਕੇ ਖੋਪੜੀ ਵਿੱਚ ਵੱਜ ਸਕਦੀ ਹੈ ਜਾਂ ਨਹੀਂ। ਇਸ ਗੱਲ ਦੀ ਗਹਿਰਾਈ ਤੱਕ ਜਾਣ ਲਈ ਆਪਾਂ ਨੂੰ ਇਹਨਾਂ ਦੋ ਬੁੱਕਸ ਦੀ ਵਰਤੋਂ ਕਰਨੀ ਪਊਗੀ। ਇੱਕ ਹੈ ਵਾਰ ਐਲੀਫੈਂਟਸ ਫਰੋਮ ਐਂਸ਼ੀਅੰਟ ਇੰਡੀਆ ਟੂ ਵਿਕਟਮ ਤੇ ਦੂਸਰੀ ਹੈ ਦ ਵਾਰ ਐਲੀਫੈਂਟਸ ਬਾਈ ਕੇ ਨੋਸੋਰ। ਇਹਨਾਂ ਦੋਵਾਂ ਬੁੱਕਸ ਦੇ ਅਨੁਸਾਰ ਇਹ ਕੋਈ ਪਹਿਲੀ ਵਾਰ ਨਹੀਂ ਸੀ ਜਦੋਂ ਜੰਗ ਵਿੱਚ ਹਾਥੀਆਂ ਦੀ ਵਰਤੋਂ ਕੀਤੀ ਗਈ। 1500 BC ਤੋਂ ਜੰਗ ਜਿੱਤਣ ਲਈ ਹਾਥੀਆਂ ਦੀ ਵਰਤੋਂ ਸ਼ੁਰੂ ਹੋ ਗਈ ਸੀ ਤੇ ਹਰ ਹਾਥੀ ਨੂੰ ਜੰਗੇ ਮੈਦਾਨ ਲਈ ਤਿਆਰ ਕਰਦੇ ਟਾਈਮ 200 ਲੀਟਰ ਸ਼ਰਾਬ ਪਿਆਈ ਜਾਂਦੀ ਸੀ। ਹੁਣ ਜੇ ਗੱਲ ਕਰੀਏ ਹਾਥੀ ਦੀ ਅਲੋਟਨੀ ਦੀ ਤਾਂ ਹਾਥੀ ਦੀ ਅੱਖ ਮੂਵੇਬਲ ਟਾਰਕ ਨਹੀਂ ਹੈ ਕਿਉਂਕਿ ਹੱਥ ਆਪਣੀ ਧੌਣ ਨਹੀਂ ਘੁਮਾ ਸਕਦਾ। ਇਸ ਲਈ ਤੀਰ ਕਮਾਨ ਨਾਲ ਅੱਖ ਤੇ ਤਾਂ ਬੜੀ ਆਸਾਨੀ ਨਾਲ ਦੂਰੋਂ ਹੀ ਨਿਸ਼ਾਨਾ ਲਗਾਇਆ ਜਾ ਸਕਦਾ ਸੀ। ਇੰਨਾ ਰਿਸਕ ਲੈ ਕੇ ਨੇੜੇ ਆਉਣ ਦੀ ਕੀ ਲੋੜ ਸੀ। ਜਦਕਿ ਇਹ ਬੁੱਕਸ ਦੱਸਦੀਆਂ ਹਨ ਕਿ ਹਾਥੀ ਦਾ ਸ਼ਿਕਾਰ ਸ਼ੁਰੂ ਤੋਂ ਹੀ ਨੇਜਿਆਂ ਨਾਲ ਨੇੜਿਓਂ ਆ ਕੇ ਹੀ ਕੀਤਾ ਜਾਂਦਾ ਰਿਹਾ ਹੈ। ਸ਼ਿਕਾਰ ਕਰਦੇ ਸਮੇਂ ਹਾਥੀ ਦੇ ਮੇਨਲੀ 3 ਪਾਰਟਸ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਪਹਿਲਾ ਅਗਲੀਆਂ ਦੋਹਾਂ ਲੱਤਾਂ ਦੇ ਵਿਚਕਾਰ ਜਿੱਥੇ ਉਸ ਦਾ ਦਿਲ ਹੁੰਦਾ ਹੈ, ਦੂਸਰਾ ਮੱਥੇ ਤੇ ਜਿੱਥੇ ਉਸ ਦਾ ਦਿਮਾਗ ਹੁੰਦਾ ਹੈ ਤੇ ਤੀਸਰਾ ਪੂਛ ਦੇ ਥੱਲੇ ਸਪਾਈਨਲ ਕੋਰਡ ਦਾ ਆਖਰੀ ਹਿੱਸਾ ਜਿੱਥੇ ਵੱਜਣ ਤੇ ਉਹ ਬਹੁਤ ਜ਼ਿਆਦਾ ਦਰਦ ਮਹਿਸੂਸ ਕਰਦਾ ਹੈ। ਤੇ ਹਾਥੀ ਨਾਲ ਮੁਕਾਬਲਾ ਕਰਦੇ ਸਮੇਂ ਫੋਰਸ ਬਰਾਬਰ ਮਾਸ ਇਨਟੂ ਐਕਸਲੇਸ਼ਨ ਸਿਧਾਂਤ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੀਆਂ ਗੱਲਾਂ ਉਸ ਸਮੇਂ ਵੀ ਯੋਧਿਆਂ ਨੂੰ ਸਿਖਾਈਆਂ ਜਾਂਦੀਆਂ ਸਨ ਕਿ ਕਿਸ ਤਰ੍ਹਾਂ ਇਹਨਾਂ ਸਿਧਾਂਤਾਂ ਦੀ ਵਰਤੋਂ ਆਪਣੇ ਫਾਇਦੇ ਲਈ ਕਰਨੀ ਹੈ। ਨਿਹੰਗ ਸਿੰਘ ਜਦੋਂ ਨੇਜੇਬਾਜ਼ੀ ਕਰਦੇ ਹਨ ਜਾਂ ਜ਼ਮੀਨ 'ਚੋਂ ਕਿੱਲੇ ਪੁੱਟਦੇ ਹਨ ਤਾਂ ਉਹਨਾਂ ਦੇ ਘੋੜੇ ਦੀ ਸਪੀਡ 70 ਤੋਂ 80 ਕਿਲੋਮੀਟਰ ਹੁੰਦੀ ਹੈ। ਉਧਰੋਂ ਸ਼ਰਾਬ 'ਚ ਰੱਜਿਆ ਹਾਥੀ ਲਗਭਗ 22 ਕਿਲੋਮੀਟਰ ਦੀ ਸਪੀਡ ਤੇ ਭੱਜ ਕੇ ਆ ਰਿਹਾ ਸੀ। ਤੇ ਜਦੋਂ ਖਿਡਾਰੀ ਜੈਵਲਿਨ ਥਰੋ ਕਰਦੇ ਹਨ ਤਾਂ ਉਹਨਾਂ ਦੇ ਭਾਲੇ ਦੀ ਸਪੀਡ 110 ਤੋਂ 120 ਕਿਲੋਮੀਟਰ ਹੁੰਦੀ ਹੈ, ਯਾਨੀ ਕਿ ਲਗਭਗ 200 ਕਿਲੋਮੀਟਰ ਦੀ ਸਪੀਡ ਤੇ ਲੋਹੇ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਮੈਂ ਚੈਨਲ ਦੇ ਐਨਾਲਿਟਿਕਸ ਵੇਖ ਰਿਹਾ ਸੀ, ਵੀਡੀਓ ਦੇਖਣ ਵਾਲੀ ਸੰਗਤ ਚੋਂ ਸਬਸਕ੍ਰਾਈਬ ਕਾਫੀ ਘੱਟ ਜਣਿਆਂ ਨੇ ਕੀਤਾ ਹੋਇਆ ਹੈ। ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਇਲਾਵਾ ਇਤਿਹਾਸ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ। ਜਾਂਦੇ ਜਾਂਦੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ